ਬਾਹੜ ਜਨਮ ਨ ਆਵਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੱਗੇ ਹੋਏ ਦਰਬਾਰ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਬਹੁਤ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਵਿੱਚ ਪਾਵਨ ਸਤ ਸੰਗਤ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਜੁੜ ਬੈਠੇ ਹੋ। ਆਪਾਂ ਲਗਾਤਾਰ ਹੀ ਪਰਮਾਤਮਾ ਨੇ ਕਿੰਨਿਆਂ ਹੀ ਰੂਪਾਂ ਦੇ ਵਿੱਚ ਕਿੰਨਿਆਂ ਹੀ ਤਰੀਕਾਂ ਦੇ ਨਾਲ ਇਸ ਸੰਸਾਰ ਨੂੰ ਤੋਰਿਆ ਹੋਇਆ ਹੈ। ਕੋਈ ਮਨੁੱਖ ਆਪਣੀ ਕਰਮੀ ਦੇ ਮੁਤਾਬਕ ਅਭਿਮਾਨੀ ਹੈ, ਕੋਈ ਮਨੁੱਖ ਕਰਮੀ ਦੇ ਮੁਤਾਬਕ ਹੰਕਾਰੀ ਹੈ, ਦਾਨੀ ਹੈ। ਵੱਖ-ਵੱਖ ਚੀਜ਼ਾਂ ਮਨੁੱਖ ਪਰਮਾਤਮਾ ਦੇ ਹੁਕਮ ਵਿੱਚ ਹੀ ਕਰ ਰਿਹਾ ਹੈ। ਮਹਾਰਾਜ ਇੱਕ ਗੱਲ ਤੇ ਬਹੁਤਾ ਜ਼ੋਰ ਗੁਰਬਾਣੀ ਵਿੱਚ ਦਿੰਦੇ ਹਨ, ਦੁਨੀਆ ਦੀ ਕੋਈ ਵੀ ਚੀਜ਼ ਹੈ, ਦੁਨੀਆ ਦੀ ਕੋਈ ਵੀ ਘਟਨਾ ਹੈ, ਹਰੇਕ ਘਟਨਾ ਦੇ ਪਿੱਛੇ ਪਰਮਾਤਮਾ ਹੈ। ਦੁਨੀਆ ਦੇ ਉੱਤੇ ਕੁਛ ਵੀ ਵਾਪਰ ਰਿਹਾ ਹੈ, ਜੋ ਕੁਛ ਵੀ ਹੋ ਰਿਹਾ ਹੈ, ਉਸ ਘਟਨਾ ਦਾ ਮੂਲ ਪਰਮਾਤਮਾ ਹੈ। ਪਰਮਾਤਮਾ ਤੋਂ ਬਾਹਰ ਨਾ ਕੋਈ ਇੱਥੇ ਕਮਾ ਰਿਹਾ ਹੈ ਤੇ ਨਾ ਖਾ ਰਿਹਾ। ਇਸ ਕਰਕੇ ਮਹਾਰਾਜ ਇੱਥੋਂ ਤਾਈਂ ਵੀ ਕਹਿ ਦਿੰਦੇ ਨੇ, ਪਰਮਾਤਮਾ ਜੀ ਤੂੰ ਆਪੇ ਹੀ ਰਾਜਾ ਹੈ ਅਤੇ ਆਪੇ ਹੀ ਭਿਖਾਰੀ ਹੈ। ਜਿਹਨੂੰ ਬਾਣੀ ਕਹਿੰਦੀ ਹੈ, ਸਭ ਤੇਰੇ ਚੋਜ ਵਿਡਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਕੋਈ ਦਾਤਾ ਹੈ, ਕੋਈ ਭਿਖਾਰੀ ਹੈ, ਇਹ ਉਹਦੇ ਚੋਜ ਨਹੀਂ। ਉਸ ਤੋਂ ਬਾਹਰ ਕੁਛ ਵੀ ਨਹੀਂ ਹੈ। ਜਿਵੇਂ ਇੱਕ ਮਛਲੀ ਸੋਚੇ, ਮਛਲੀ ਕਹੇ ਮੈਂ ਪਾਣੀ ਤੋਂ ਬਾਹਰ ਜੀਣਾ ਹੈ। ਮਛਲੀ ਜੋ ਕੁਛ ਵੀ ਕਰ ਰਹੀ ਹੈ ਉਹ ਪਾਣੀ ਦੇ ਵਿੱਚ ਹੀ ਕਰ ਰਹੀ ਹੈ। ਤੇ ਜੇ ਮਛਲੀ ਕਹੇ ਮੈਨੂੰ ਪਾਣੀ ਵੇਖਣਾ ਹੈ, ਮੈਂ ਪਾਣੀ ਨੂੰ ਵੇਖਣਾ ਹੈ, ਕਈ ਕਹਿਣਗੇ ਤੈਨੂੰ ਵੇਖਣ ਦੀ ਲੋੜ ਨਹੀਂ, ਤੂੰ ਪਾਣੀ ਵਿੱਚ ਹੀ ਹੈ। ਕਿ ਮੈਂ ਸਮੁੰਦਰ ਵੇਖਣਾ ਹੈ, ਤੈਨੂੰ ਵੇਖਣ ਦੀ ਲੋੜ ਨਹੀਂ, ਤੂੰ ਸਮੁੰਦਰ ਵਿੱਚ ਹੀ ਹੈ। ਇਸ ਕਰਕੇ ਦੁਨੀਆ ਤੇ ਕੋਈ ਵੀ ਮਨੁੱਖ ਪਰਮਾਤਮਾ ਤੋਂ ਬਾਹਰ ਨਹੀਂ ਹੈ। ਇੰਨੀ ਕਿਸੇ ਵਿੱਚ ਸ਼ਕਤੀ ਨਹੀਂ ਹੈ ਉਹ ਪਰਮਾਤਮਾ ਤੋਂ ਬਾਹਰ ਚਲਾ ਜਾਏ। ਇੱਥੇ ਜੋ ਕੁਛ ਵੀ ਹੋ ਰਿਹਾ ਹੈ, ਹਰੇਕ ਚੀਜ਼ ਦੇ ਪਿੱਛੇ ਕਾਰਨ ਪਰਮਾਤਮਾ ਹੈ। ਉਹਦੇ ਹੁਕਮ ਦੇ ਵਿੱਚ ਹੀ ਗੁਰਬਾਣੀ ਕਹਿੰਦੀ ਹੈ, ਇੱਕਨਾਂ ਨੂੰ ਆਪਣੇ ਹੁਕਮ ਵਿੱਚ ਹੀ ਉਹ ਸਮਾ ਲੈਂਦਾ ਹੈ, ਇੱਕ ਉਸ ਦੇ ਹੁਕਮ ਵਿੱਚ ਹੀ ਵਿਨਾਸ਼ ਵੀ ਹੋ ਜਾਂਦੇ ਨੇ। ਕਿਉਂਕਿ ਪੈਦਾਇਸ਼ ਉਹਦੇ ਹੁਕਮ ਦੇ ਵਿੱਚ ਹੈ, ਫਨਾਹ ਵੀ ਉਹ ਆਪਣੇ ਹੁਕਮ ਵਿੱਚ ਹੀ ਕਰ ਲੈਂਦਾ। ਅੱਜ ਦਾ ਜਿਹੜਾ ਸ਼ਲੋਕ ਹੈ, ਇਹਦੇ ਵਿੱਚ ਮਹਾਰਾਜ ਕਹਿੰਦੇ ਨੇ, ਕਰਨ ਕਾਰਨ ਪ੍ਰਭ ਏਕ ਹੈ। ਇਹ ਸ਼ਬਦ ਨੂੰ ਸਮਝਣ ਦੀ ਲੋੜ ਹੈ ਬੜੀ, ਕਿਉਂਕਿ ਗੁਰਬਾਣੀ ਗਹਿਰਾਈ ਦੀ ਮੰਗ ਕਰਦੀ ਹੈ, ਗੰਭੀਰਤਾ ਦੀ ਮੰਗ ਕਰਦੀ ਹੈ। ਜਿਤਨਾ ਮਨੁੱਖ ਗੰਭੀਰ ਹੋਵੇਗਾ ਉਤਨਾ ਹੀ ਵੱਡਾ ਤੱਤਵੇਤਾ ਹੋਏਗਾ, ਉਤਨਾ ਹੀ ਅਸਲੀਅਤ ਦਾ ਜਾਣਕਾਰ ਹੋਏਗਾ। ਮਨੁੱਖ ਦਾ ਪਤਾ ਇੱਥੋਂ ਲੱਗਦਾ ਹੈ ਉਹ ਕਿੱਡਾ ਵੱਡਾ ਤੱਤਵੇਤਾ ਹੈ, ਉਹ ਗੰਭੀਰ ਕਿੰਨਾ ਹੈ। ਜੇ ਗੰਭੀਰ ਨਹੀਂ ਹੈ, ਮਾਫ ਕਰਨਾ, ਫਿਰ ਪਰਮਾਤਮਾ ਦੇ ਮਾਰਗ ਤੇ ਬਹੁਤੇ ਦਿਨ ਨਹੀਂ ਚੱਲ ਪਾਏਗਾ।
ਕਿ ਗੁਰਬਾਣੀ ਇਹ ਕਹਿੰਦੀ ਹੈ ਪਰਮਾਤਮਾ ਗੰਭੀਰ ਹੈ। ਇਹਦੇ ਵਿੱਚ ਮਹਾਰਾਜ ਕਹਿੰਦੇ ਤੂੰ ਗਹਿਰ ਹੈ, ਗੰਭੀਰ ਹੈ। ਜਿਹਨੂੰ ਕਹਿੰਦੇ ਨੇ ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਪਰਮਾਤਮਾ ਤੂੰ ਗੰਭੀਰ ਹੈ। ਮਨੁੱਖ ਨੂੰ ਗੰਭੀਰ ਹੋਣ ਦੀ ਲੋੜ ਪੈਂਦੀ ਹੈ ਜੇ ਉਹਨੇ ਪਰਮੇਸ਼ਰ ਦੇ ਮਾਰਗ ਤੇ ਤੁਰਨਾ ਹੈ। ਆਪਣੀ ਸੁਰਤ ਨੂੰ ਇਕਾਗਰ ਰੱਖਣਾ ਪੈਂਦਾ ਹੈ ਤਾਂ ਪਰਮੇਸ਼ਰ ਦੀ ਭਗਤੀ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਕਰਨ ਕਾਰਨ ਪ੍ਰਭ ਏਕ ਹੈ। ਕਾਰਨ ਦਾ ਮਤਲਬ ਹੁੰਦਾ ਹੈ, ਕਰਨ ਦਾ ਮਤਲਬ ਕੋਈ ਵੀ ਦੁਨੀਆ ਦੀ ਕ੍ਰਿਤ, ਕੋਈ ਵੀ ਰਚਨਾ, ਹਰੇਕ ਰਚਨਾ ਦਾ ਮੂਲ ਪਰਮਾਤਮਾ ਹੈ, ਕਾਰਨ ਉਹਦਾ ਪਰਮਾਤਮਾ ਹੈ। ਜਿਵੇਂ ਅਸੀਂ ਕਹਿ ਦਈਏ ਇੱਕ ਦਰਖਤ ਹੈ, ਦਰਖਤ ਇੱਕ ਰਚਨਾ ਹੈ, ਪਰ ਦਰਖਤ ਦਾ ਕਾਰਨ ਕੌਣ ਹੈ? ਇੱਕ ਬੀਜ। ਦਰਖਤ ਨੂੰ ਬਣਾਉਣ ਵਾਲਾ ਕੌਣ ਹੈ? ਇੱਕ ਬੀਜ। ਇੱਕ ਬੀਜ ਤੋਂ ਏਡਾ ਵੱਡਾ ਦਰਖਤ ਪੈਦਾ ਹੋਇਆ। ਇਸ ਕਰਕੇ ਬੀਜ ਦਰਖਤ ਦਾ ਕਾਰਨ ਹੈ। ਦਰਖਤ ਦੀ ਰਚਨਾ ਬਣੀ ਹੈ ਬੀਜ ਤੋਂ। ਇਵੇਂ ਜਿੰਨੀ ਦੁਨੀਆ ਹੈ, ਦੁਨੀਆ ਦਾ ਰਚਨਾ ਹੈ, ਰਚਨਾ ਦੇ ਪਿੱਛੇ ਕਾਰਨ ਪਰਮਾਤਮਾ ਹੈ। ਪਰਮਾਤਮਾ ਤੋਂ ਬਿਨਾਂ ਨਹੀਂ ਕੋਈ ਵੀ। ਜੇ ਗੰਭੀਰ ਤੌਰ ਤੇ ਵੇਖਿਆ ਜਾਏ, ਇਹਨੂੰ ਇਵੇਂ ਵੀ ਸਮਝ ਸਕਦੇ ਹਾਂ, ਮਿੱਟੀ ਹੈ। ਬਾਣੀ ਕਹਿੰਦੀ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ। ਇਹ ਜਿੰਨਾ ਵੀ ਭਵਨ ਬਣਿਆ ਇਹ ਜਲ ਤੋਂ ਬਣਿਆ। ਪਹਿਲਾਂ ਮਿੱਟੀ ਹੈ, ਮਿੱਟੀ ਜਲ ਤੋਂ ਬਣਦੀ ਹੈ, ਜਲ ਹਵਾ ਤੋਂ ਬਣਦਾ ਹੈ, ਹਵਾ ਪਰਮਾਤਮਾ ਤੋਂ ਬਣਦੀ ਹੈ। ਇਹ ਜਿੰਨੀ ਮਾਇਆ ਹੈ, ਬਾਣੀ ਕਹਿੰਦੀ ਇਹ ਮਹਾਮਾਈ ਤੇ ਉਹਦੀ ਛਾਂ ਹੈ। ਉਹਦੀ ਛਾਂ ਹੈ ਸਾਰੀ ਦੁਨੀਆ, ਇਹ ਉਹਦਾ ਰੂਪ ਹੈ ਸਾਰੀ ਦੁਨੀਆ। ਪਰਮਾਤਮਾ ਦਾ ਬਾਣੀ ਨੇ ਤਾਂ ਹੀ ਕਿਹਾ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਇਹ ਜਿੰਨਾ ਜਗਤ ਹੈ ਇਹ ਪਰਮਾਤਮਾ ਦਾ ਸਵਰੂਪ ਹੈ। ਇੱਥੇ ਦੂਜਾ ਕੋਈ ਨਹੀਂ ਹੈ, ਨਾ ਇੱਥੇ ਕੋਈ ਜੰਮਣ ਵਾਲਾ ਹੈ, ਨਾ ਕੋਈ ਮਾਰਨ ਵਾਲਾ ਹੈ। ਆਪਣੀ ਮਰਜ਼ੀ ਦੇ ਨਾਲ ਉਹ ਜੀਵਾਂ ਨੂੰ ਪੈਦਾ ਕਰਦਾ, ਜੋ ਵੀ ਉਹ ਕਰ ਰਿਹਾ ਹੈ। ਬਾਣੀ ਕਹਿੰਦੀ ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਬੀਓ ਕਹਿੰਦੇ ਦੂਜੇ ਨੂੰ। ਪਰਮਾਤਮਾ ਕਿਸੇ ਦੂਜੇ ਨੂੰ ਕੋਈ ਸਲਾਹ ਨਹੀਂ ਲੈਂਦਾ ਕਿਸੇ ਦੀ, ਉਹਨੇ ਕੀ ਕਰਨਾ। ਹੁਣ ਉਹਦੇ ਹੁਕਮ ਦੇ ਵਿੱਚ ਕੀ ਕੀ ਹੁੰਦਾ ਹੈ, ਇਹਦੀ ਵਿਚਾਰ ਆਪਾਂ ਜ਼ਰੂਰ ਕਰਾਂਗੇ। ਬਾਣੀ ਕਹਿੰਦੀ ਜੇ ਇਹ ਪਰਮਾਤਮਾ, ਹਰੇਕ ਚੀਜ਼ ਦਾ ਕਾਰਨ ਪਰਮਾਤਮਾ ਹੈ, ਫਿਰ ਜਿੰਨੇ ਵੀ ਜੀਵ ਨੇ ਉਹਦੇ ਬੱਚੇ ਨੇ। ਇਸ ਧਰਤੀ ਦਾ ਮਾਲਕ ਪਰਮਾਤਮਾ ਹੈ, ਜੀਵ ਉਹਦੇ ਬੱਚੇ ਨੇ। ਫਿਰ ਬੱਚਿਆਂ ਦੀ ਪਾਲਣਾ ਤੇ ਪਿਤਾ ਕਰਦਾ ਹੀ ਹੈ। ਤਾਂ ਹੀ ਅਸੀਂ ਕਹਿੰਦੇ ਹਾਂ ਤੂੰ ਠਾਕੁਰ ਤੁਮ ਪਹਿ ਅਰਦਾਸ। हे परमात्मा तू साडा ठाकुर है, तेरे अगे ही अरदास है। ठाकुर का मतलब तू साडा मालिक है। ये धरती का मालिक, ताई करके परमेश्वर नूं मालिक भी कहा जाता है भी सारियां दा मालिक एक है, परमात्मा है। जे वो मालिक है, फिर जे परमात्मा ही मालिक है, फिर सब तो आम करके दुनिया ते वेख्या जाता है मालिकां नूं अपनी दुकान ते अपने बिजनेस जेडे इंपलॉय लगे होंदे ने उन्हां दी चिंता हुंदी है। फिर जेडे भी जीव दुनिया ते आए ने सारियां दी चिंता उन्होंने हैगी है, क्योंकि वो मालिक है, कारण कोई है। ना कर चिंत चिंता है करते, तू चिंता ना कर, क्यों करते नूं चिंता है। जेड़ा इस सृष्टि का करता है उन्होंने चिंता है। मनुख नूं जो कुछ भी प्राप्त हुंदा है उहदे हुक्म तो बाहर नहीं हुंदा।
ਦੇਂਦਾ ਉਹੀ ਹੈ, ਸਾਧਨ ਕੋਈ ਵੀ ਬਣ ਜਾਂਦਾ, ਕਦੇ ਭਰਾ ਬਣ ਜਾਂਦਾ, ਕੋਈ ਰਿਸ਼ਤੇਦਾਰ ਬਣ ਜਾਂਦਾ, ਦੁਕਾਨਦਾਰ ਵਾਸਤੇ ਗਾਹਕ ਬਣ ਜਾਂਦੇ ਨੇ। ਇੱਕ ਸ਼ਹਿਰ ਦੇ ਵਿੱਚ 45 ਦੁਕਾਨਾਂ ਨੇ, ਇੱਕ ਤੋਂ ਜ਼ਿਆਦਾ ਆ ਰਹੇ ਨੇ ਲੋਕ। ਇਹਦਾ ਮਤਲਬ ਕੀ ਹੈ? ਇਸ ਦਾ ਮਤਲਬ ਇਹ ਹੈ ਉਹ 45 ਨੇ ਜਿਹੜੀਆਂ, ਜਿਹਨੂੰ ਉਹਨੇ ਜ਼ਿਆਦਾ ਦੇਣਾ ਹੈ, ਲੋਕਾਂ ਦੇ ਅੰਦਰ ਉਹ ਆਪ ਵਸਿਆ, ਉਹਨਾਂ ਅੰਦਰ ਉਹੋ ਜਿਹੇ ਫੁਰਨੇ ਪਾਈ ਜਾਂਦੇ, ਉੱਧਰ ਹੀ ਜਾਈ ਜਾਂਦੇ ਨੇ। ਦੇਣ ਵਾਲਾ ਉਹ ਆਪ ਹੈ, ਉਸ ਤੋਂ ਬਾਹਰ ਨਹੀਂ। ਜੇ ਕੋਈ ਮਨੁੱਖ ਇਹ ਅਮਾਨ ਕਰੇ, ਜੇ ਅਭਿਮਾਨ ਕਰ ਲੈ, ਨਹੀਂ ਮੇਰੀ ਡੀਲਿੰਗ ਬੜੀ ਵਧੀਆ, ਮੈਂ ਲੋਕਾਂ ਨੂੰ ਡੀਲ ਬੜੇ ਚੰਗੀ ਤਰੀਕੇ ਨਾਲ ਕਰਦਾ, ਤਾਂ ਕਰਕੇ ਮੇਰੇ ਕੋਲ ਲੋਕ ਆਉਂਦੇ ਨੇ। ਜਿਵੇਂ ਜਿਵੇਂ ਐਵੇਂ ਕਰਨਾ ਸ਼ੁਰੂ ਕਰੇਗਾ, 5 4 10 ਸਾਲਾਂ ਬਾਅਦ ਖਤਮ ਹੋਣਾ ਸ਼ੁਰੂ ਹੋ ਜਾਏਗਾ, ਕਿਉਂ? ਅਭਿਮਾਨ ਨਹੀਂ ਰਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਹਰੇਕ ਚੀਜ਼ ਦੇ ਪਿੱਛੇ ਤੂੰ ਮਾਲਕ ਨੂੰ ਵੇਖ, ਕਿਉਂਕਿ ਦੁਨੀਆ ਦੇ ਉੱਤੇ ਉਸ ਤੋਂ ਸਿਵਾਏ ਕੁਛ ਨਹੀਂ। ਬਾਣੀ ਕਹਿੰਦੀ ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਦੋਵੇਂ ਸਿਰੇ ਉਹਦੇ ਹੀ ਨੇ। ਦੋ ਸਿਰੇ ਕਿਹੜੇ? ਪੈਦਾ ਕਰਨ ਵਾਲਾ ਵੀ, ਖਤਮ ਕਰਨ ਵਾਲਾ ਵੀ। ਦੋ ਸਿਰੇ ਕਿਹਦੇ? ਦੁਨੀਆ ਉੱਤੇ ਦੁੱਖ ਵੀ ਉਹਦੇ ਵਿੱਚ ਨੇ, ਸੁੱਖ ਵੀ ਉਹਦੇ ਵਿੱਚ। ਦੋਵੇਂ ਸਿਰੇ ਉਹਦੇ ਨੇ। ਦੁਨੀਆ ਦੇ ਉੱਤੇ ਲਾਭ ਵੀ ਉੱਥੋਂ ਹੈ, ਹਾਨੀ ਵੀ ਉੱਥੋਂ ਹੈ, ਦਿਨ ਵੀ ਉੱਥੋਂ ਹੈ, ਰਾਤ ਵੀ ਉੱਥੋਂ ਹੈ, ਝਗੜੇ ਵੀ ਉੱਥੋਂ ਨੇ, ਸ਼ਾਂਤੀ ਵੀ ਉੱਥੋਂ ਹੀ ਹੈ। ਉੱਤੋਂ ਬਾਹਰ ਕੁਛ ਨਹੀਂ ਹੈ। ਮਨੁੱਖ ਸਮਝਦਾ ਹੈ ਮੇਰੀ ਚਤੁਰਾਈ ਚੱਲ ਰਹੀ ਹੈ, ਪਰ ਅਸਲ ਜਿਹੜੀ ਚਤੁਰਾਈ ਨਹੀਂ ਚੱਲ ਰਹੀ, ਉਹ ਦੇ ਰਿਹਾ ਹੈ, ਤਾਂ ਹੈ ਬਸ। ਇਹਦੀ ਬੁੱਧੀ ਇੱਕ ਸਾਧਨ ਹੈ, ਬੁੱਧੀ ਨਾਲ ਨਹੀਂ ਕਮਾਇਆ ਜਾ ਰਿਹਾ। ਦਿਮਾਗ ਇੱਕ ਸਾਧਨ ਹੈ, ਦੇਣ ਵਾਲਾ ਪਰਮਾਤਮਾ ਹੈ। ਜੇ ਦਿਮਾਗ ਏਡੀ ਵੱਡੀ ਚੀਜ਼ ਹੁੰਦੀ, ਦਿਮਾਗ ਨੇ ਦੁਨੀਆ ਦਾ ਅੰਤ ਪਾ ਲੈਣਾ ਸੀ, ਨਹੀਂ ਪਿਆ। ਅੱਜ ਤਾਈਂ ਸਰੀਰ ਦੇ ਤਲ ਤੇ ਸਿਰਫ 1% ਮਨੁੱਖ ਨੇ ਜਾਣਿਆ, ਡਾਕਟਰਾਂ ਨੇ 1%। ਸਰੀਰ ਦੀ ਰਚਨਾ ਹੀ ਏਡੀ ਵੱਡੀ ਹੈ, ਦਿਮਾਗ ਵਿੱਚ ਇਹੀ ਸਮਝ ਨਹੀਂ ਆ ਰਹੀ, ਇਹ ਬ੍ਰਹਿਮੰਡ ਦੀ ਰਚਨਾ ਤੇ ਕਿੱਥੋਂ ਸਮਝ ਆਏਗੀ? ਨਹੀਂ ਸਮਝ ਆਉਣੀ। ਇਸ ਕਰਕੇ ਕਹਿੰਦੇ ਨੇ ਸਮਝ ਸਮਝ ਕੇ ਇਹ ਸਮਝਿਆ ਜਾਂਦਾ ਹੈ, ਉਹ ਸਮਝਿਆ ਨਹੀਂ ਜਾ ਸਕਦਾ, ਉਹ ਅਸਮਝ ਹੈ। ਇਸ ਕਰਕੇ ਦੇਣ ਵਾਲਾ ਉਹ ਆਪ ਹੈ, ਹਰੇਕ ਚੀਜ਼ ਦੇ ਪਿੱਛੇ ਕਾਰਨ ਉਹ ਆਪ ਹੈ। ਪਰ ਮਨੁੱਖ ਨੂੰ ਕਈ ਵਾਰੀ ਭੁਲੇਖਾ ਲੱਗ ਜਾਂਦਾ ਹੈ, ਕਿਉਂਕਿ ਮਨੁੱਖ ਆਪਣੀ ਜ਼ਿੰਦਗੀ 'ਚ ਜੀ ਰਿਹਾ ਹੈ। ਥੋੜਾ ਜਿਹਾ ਬਜ਼ੁਰਗ ਹੋਇਆ, ਆ ਕੇ ਪਹਿਲਾਂ ਮਾਂ-ਬਾਪ ਨੇ ਉਹਨੂੰ ਪਾਲਿਆ, ਹੁਣ ਪੁੱਤਰ ਪਾਲ ਰਹੇ ਨੇ। ਹੁਣ ਉਹ ਕਹਿੰਦਾ ਮੇਰੀ ਮਾਂ-ਬਾਪ ਨੇ ਵੀ ਬੜੀ ਸੇਵਾ ਕੀਤੀ, ਪੁੱਤਰਾਂ ਨੇ ਵੀ ਬੜੀ ਕੀਤੀ। ਨਹੀਂ, ਇਵੇਂ ਕਹਿ ਮੇਰੇ ਕਰਮ ਪਰਮਾਤਮਾ ਨੇ ਠੀਕ ਬਣਾਏ, ਉਹਨਾਂ ਇਹਨਾਂ ਤੋਂ ਸੇਵਾ ਕਰਾਈ, ਕੀਤੀ ਨਹੀਂ ਹੈ। ਉਹ ਵੀ ਨੇ ਜਿਹੜੇ ਨਹੀਂ ਕਰਦੇ, ਇਹ ਕਰਮ ਨੇ ਜਿਹੜੇ ਸੇਵਾ ਕਰਾਉਂਦੇ ਨੇ। ਸ਼ੁਭ ਕਰਮ ਤੋਂ ਬਿਨਾਂ ਕੋਈ ਸੇਵਾ ਨਹੀਂ ਹੈ। ਮੈਨੂੰ ਯਾਦ ਆਉਂਦੀ ਹੈ ਜਦੋਂ ਐਸੀ ਗੱਲ ਚੱਲੇ, ਕਰਨ ਕਾਰਨ ਪ੍ਰਭ ਏਕ ਹੈ, ਉਦੋਂ ਗੱਲ ਚੱਲਦੀ ਹੈ ਰਜਨੀ ਦੀ। ਰਜਨੀ ਇੱਕ ਰਾਜੇ ਦੀ 7 ਕੁੜੀਆਂ ਚੋਂ ਇੱਕ ਲੜਕੀ ਹੈ। ਉਹਦਾ ਪਿਤਾ ਸਾਰੀਆਂ ਲੜਕੀਆਂ ਨੂੰ ਪੁੱਛਦਾ ਹੈ, ਤੁਹਾਨੂੰ ਖਵਾਉਣ ਵਾਲਾ ਕੌਣ ਹੈ? 6 ਕਹਿੰਦੀਆਂ ਨੇ, ਪਿਤਾ ਜੀ ਕਿਹਨੇ ਖਵਾਣਾ? ਤੁਸੀਂ ਪਾਲਿਆ, ਤੁਸੀਂ ਵੱਡੇ ਕਰ ਰਹੇ ਹੋ, ਤੁਸੀਂ ਖਵਾ ਰਹੇ ਹੋ। ਰਜਨੀ ਕਹਿੰਦੀ ਨਹੀਂ ਪਿਤਾ ਜੀ, ਤੁਸੀਂ ਖਵਾਉਣ ਵਾਲੇ ਨਹੀਂ ਹੋ। ਫਿਰ ਕੌਣ ਹੈ ਬੇਟਾ? ਕਹਿੰਦੇ ਨਹੀਂ, ਪਰਮਾਤਮਾ ਦੇਣ ਵਾਲਾ ਹੈ ਸਾਰਿਆਂ ਨੂੰ, ਤੁਸੀਂ ਨਹੀਂ ਖਵਾ ਰਹੇ, ਤੁਸੀਂ ਤੇ ਸਾਧਨ ਮਾਤਰ ਹੋ। ਬਾਣੀ ਕਹਿੰਦੀ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਜਿਸ ਨੇ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝ ਹੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਕ ਸੈਣ, ਮੁਖ ਅਪਿਆਓ ਬੈਠ ਕੋ ਰੈਣ, ਇਹ ਨਿਰਗੁਣ ਗੁਣ ਕਛੂ ਨਾ ਬੁਝੈ। ਇਹ ਨਿਰਗੁਣ ਹੈ, ਕੋਈ ਵੀ ਗੁਣ ਨਹੀਂ ਬੁਝਦਾ ਉਹਦਾ। ਮਾੜੇ ਕਹਿੰਦੀ ਬਖਸ਼ ਲੇਹੋ ਤੋ ਨਾਨਕ ਸਿੱਝੈ,
हे परमात्मा जे तू बख्श लएगा इनू सुझ जाएगा, नहीं सारी उम्र ही इन्हें अचेतपने विच कढ़ देनी है। रजनी ये कहती है, कहती पिता जी पूछते ने कौन खवाउण वाला है, कहते पिता जी परमात्मा। कहती अच्छा जे तेनू परमात्मा ही खवाउण वाला है, क्योंकि हद हो गई। कई बारी वेखदा है मनुख दा हंकार बड़ा प्रबल हुंदा है। जे कोई किसी नू 50,000 रुपये दे रहा है, कोई किसी की मदद कर रहा है, पैसे नाल आर्थिक मदद कर रहा है, जे उहदे मूँह ते कोई इवें कह दे ठीक होया परमात्मा ने तुहानू पैसे दे के भेज दिता मदद करने, वो कहेगा कमाल हो गई, मेरा तो इन्हें नाम ही नहीं लिया, परमात्मा ने पैसे मैं लैके आया, कमाए मैंने, ते कह रहा परमात्मा ने मदद की है। ਉਹਦਾ नाम ही ना ले, जेड़ा मदद करना ही आया एक बारी निराश हो जाएगा जे परमात्मा का बंदगी वाला नहीं है। इस करके जेड़ा मदद कर रहा है वो एक साधन है, साधन की भी कदर होनी चाहिए है। जिवें असी जाने अमृतसर जाने, गड्डी एक साधन है, पर यदा मतलब ये नहीं वो साधन की कदर नहीं होनी चाहिए है, क्योंकि वो तो लैके गई उत्थों तक। रजनी कहते पिता जी तुसी एक साधन हो, देण वाला परमात्मा है, दद्दा दाता एक है। बाणी कहती दद्दा दाता एक है, एक ही दाता है। सब जग फिर मैं देखिया, मैं सारे जगत नूं फिर के वेख्या, दाता एक ही है। उस तो बिना दाता कोई नहीं, दुनिया सारे मंगते ने, दाता एक है, देण वाला एक है। हुण रजनी कहती है पिता जी नहीं तुसी साधन हो, देण वाला परमात्मा है। कहते चल ठीक है, जे देण वाला परमात्मा तेनू मैं कौड़ी दे नाल विआह देना, फिर वेखांगे परमात्मा तेनू किवें दिंदा है, भुखे मर जाओगे। 6 कुड़ियां नूं ते वड्डियां घरां दे विच विआहिया, रजनी नूं एक मामूली जे कौड़ी दे नाल विआह दिता। जिस दिन विआह होया दुनिया दुहाई मचाउंदी है, पर जदों अभिमान सिरे ते चढ़िया हुंदा है, अभिमान सिरे ते आया हुंदा है, बस एक गल याद रखण दी लोड़ है, जदों अभिमान सिरे ते हुंदा है बुद्धि नहीं हुंदी मनुख विच। अभिमान किसी भी चीज़ का होए, धन का होए, दौलत का होए, रूप का होए, पढ़ाई का होए, पदवी का होए, मान किसी भी चीज़ का हो सकता है। जे कोई भी मान दिमाग में चढ़ गया मनुख का दिमाग खराब हो जाता, सोचण शक्ति खत्म। वो फिर अपने हित की समझदा है, दूजे नूं तुछ मात्र समझदा, दूजे नूं ते लग मात समझदा है। बाणी कहती दूजे नूं ते लग मात्र समझदा है, आप अखर बन गया, दूजे लगा मात्रा माने। इस करके उहदा हंकार सिरे ते है, किसी दी मन भी नहीं रहा। जदों ना मन्निया विआह दिता, हुण वो लैके पिंगले नूं पिंडा पिंडा तुरी फिरदी है, कदे किसे पिंड कदे किसे पिंड लोकी वहिंदे ने। पर परमात्मा सारियां दे अंदर है, उन्हें दया भी पाई हुई है। कोई उन्होंने रोटी देंदा है, कोई पानी देंदा है, देंदी है तो खा पी के सो जा, रोटी सब नूं दे रहे हो। असल च जाते जाते अमृतसर जाके वो कोड़ी का कोड़ दूर हो जाता है, वो मुड़ के फिर अपने पिता के कोल हुंदी है। पिता नूं फिर कहंदे पिता जी तुसीं वेख लिया, तुसीं अपने वालों कोड़ी नाल विआह दिता, पर परमात्मा नूं ये इंसाफ मंजूर नहीं सी। आ वेखो हुण साडे कोल घर भी है, सब कुछ है, हुण ते पता लग गया है तुसीं नहीं खवाउंदे, परमात्मा खवाउंदा। कारण प्रभ एक है, दूसर ना ही कोई, तुसीं ते फिर दूजे बन जाओगे। हुण मनुख दूजा बनया होया रब दे बराबर च, मनुख दे प्राणां दी प्यास करता बनन दी है। गुरु साहब जी ने लिखिया भी है, मनुख दी प्यास किन्नी है, मनुख दी प्यास इन्नी है, जे जुग चारे आर जा होर दसूनी होए, इड्डी प्यास है उसकी। 4 जुगां जिन्नी उम्र हो जाए, होर भी 10 गुणी हो जाए। जे जुग चारे आर जा होर दसूनी होए, नवां खंडां विच जानी है, उन्हें 9 खंडियां विच जानिया जाए, इन्नी प्यास है इहदी।
नवां खंडां विच जाणीਐ नाल ਚੱਲੈ सब कोई। तीन चीज़ां की प्यास है इहदे विच। उम्र मेरी बड़ी ज़्यादा होनी चाहिए है। दूजी गल, मैनू 9 खंडां दे विच लोकी जानण ही ना, जिन्हों मैं कहां मेरे नाल भी चल पैण। अज मनुख सोचदा है, हजे छोटे लैवल ते है, सोचदा घर वाले मेरे नाल चलन। इस तो वड्डा होएगा, थोड़ा जिहा कोई पोस्ट मिल जाएगी, फिर कहेगा मेरा समाज मेरे नाल तुरे, फिर कहेगा समस्त समाज ही मेरे नाल तुरे, सारी दुनिया ही मेरे नाल तुरे। इन्नी प्यास है। अज छोटी जी पदवी ते खड़ा है, उहदा ही मान है, कहता होर वड्डी मिलेगी, सारी दुनिया मेरे नाल तुरे। इहनूं प्यास है। इहदे प्राणां दी प्यास गुरु नानक साहब दसदे ने। इत्थों तीन दी प्यास मनुख दे अंदर है। इस करके मनुख परमात्मा दे पैरलर करता बनना चाहुंदा है। इस करके कोई भी चीज़ हुंदी है दुनिया च, कह दिंदा मैं कीती है। मैं क्यों कहता है? क्योंकि अजे इहनूं शरीर ते जीव आत्मा के भेद बारे नहीं पता। जिहड़ा हजे मैं कर रहा है, वो मैं तां करदा है। क्यों करदा है? क्योंकि इहनूं जीव आत्मा के भेद बारे नहीं पता। जिस दिन भेद पता लग जाएगा, ये फिर तू करेगा। कहंदे ने भेड़ जिहड़ी हुंदी है, वैसे मैं करदी है, मर जाती है, उहदियां नाड़ां नूं पता नहीं, उहदा सक बना के की बना के तूंबी ते कोई लाया जाता है, ये मन्निया जाता है। दास ने तो कभी वेख्या नहीं है, पर किताबां विच ये दस्सिया जाता है। तूंबी दे उत्ते लाया जाता है। जिहड़ी भेड़ मैं करदी सी, वो जदों तूंबी ते लगदा सारी उम्र फिर तू करदी है। जिहड़ा मनुख मैं करदा है, जदों बंदगी दे नाल जुड़ जाता है और परमात्मा दे ये विशाल ते विराट रूप नूं वेख लैंदा है, फिर वो एक ही गल कहता, मैं कुछ नहीं हाँ, तू सब कुछ है, मेरा मुझ में किश नहीं, जो कुछ है सो तेरा, ये कह दिंदा है। मनुख दा उदों ते ही मेरा मेरा है जदों ते इहने परमात्मा नहीं वेख्या। जदों इहने परमात्मा नूं वेख लिया, ये कहेगा मेरा मुझ में किछ नहीं, मेरा मेरे विच कुछ है ही नहीं, ये शरीर मेरा नहीं, ये मन मेरा नहीं, बुद्धि मेरी नहीं, मैं नहीं बनाई, ये बनाया नहीं है किसी ने। तन बनाया नहीं है, मिलिया। मन बनाया नहीं है, मिलिया। फिर मन अपना किवें हो गया? फिर तन अपना किवें हो गया? जिहड़ी चीज़ बनाई नहीं है वो अपनी नहीं है, किसी ने बनाई है। फिर मन भी ओहदा है, तन भी ओहदा है। फिर मन ते तन दे नाल माया इकट्ठी की जाती है, वह भी ओहदी है। फिर इनू जे गंभीरता नाल वेखीए तो सब कुछ ही परमात्मा का है। इस करके बाणी कहती दोहां सिरियां का आप स्वामी, दोवें साइडां च परमात्मा है। मनुख नूं ये समझना पएगा। मनुख अपनी सोच के उत्ते थोड़ा वजन दे, थोड़ी समझ के उत्ते वजन दे। वजन की दवे? तू कुछ नहीं है, बस ये वजन। क्यों? सब कुछ परमात्मा है। ये वजन इनू देना ही पैना है। जिस दिन ये वजन दिमाग के उत्ते आ जाएगा, मनुख उस दिन कहेगा मैं कुछ नहीं हाँ, सब कुछ परमात्मा है। उस दिन कह देगा करण कारण प्रभ एक है, दूसर नाही, कोई दूजा हो ही नहीं सकता। जिड्डा वड्डा वो है, उड्डा वड्डा कोई नहीं होता। ए वड ऊंचा होवे कोई, तिस ऊंचे को जाने सोए, जे वड आप ते वड तेरी दात, जिन दिन करके कीती रात, खसम विसारे ते कमजात। जेड़े परमात्मा, जेड़ी जीव आत्मा परमात्मा रूपी खसम नूं विसार दिंदी है, वो कमजात है। जेड़े परमात्मा नूं भुल गई है, अपने मूल नूं भुल गई है, वो जीव आत्मा कहदी। उहनूं भुलना ही दुख है। जिस दिन मनुख उहनूं भुल जाता है, फिर सारे दुख इहदे घर विच आ जाते हैं। कारण की है? इहदे अंदर घर की? इहदे मन दे अंदर सारे दुख। क्यों? इहनूं फिर चिंता भी लगती है, मैं की करांगा जिंदगी विच, मैं की कमावांगा, बच्चे किवें पलणगे, ये चिंता इहनूं खांदी है। पर गुरबाणी कहती चिंता ना कर, तू करता नहीं है। उन्होंने कहता मैं बच्चों को जन्म दिता है,
तेरे तो जन्म तू दिता है, उन्हें दवाया है। तू एक साधन है, बनाने वाला वो है। तू एक साधन है, जिवें एक जिमीदार फसल दे विच बीज बीजदा है, बीज बीजना वो साधन है। उन्होंने इड्डी बुद्धि परमात्मा ने दी है बीज बीजन की। वो बीज बीज सकता है, बीज हो के वड्डे हो जान, फसल बन जान, ये उसकी रहमत है। उसका काम है सिर्फ अपने तौर पर जो करतव्य सौंपया गया निभाए, बस चिंता ना करे। मनुख का फर्ज जो उन्हें कर्म परमात्मा ने दिता होया उन्होंने करे, शांति नाल करे, सहजता नाल उन्होंने करे। जो इनू कर्म मिलिया होया है, भावें नौकरी है, भावें बिजनेस है, कुछ भी है, जो भी इसनू कर्म मिलिया होया है, सहजता नाल बस वो कर्म करे। कर्म इहदे हथ विच है, फल इहदे हथ विच नहीं है। फल परमात्मा ने देना है। दुनिया के उत्ते ऐसा भी है, बाणी कहती कई कोट घाले थक पाहे, कई कोट जिंदगी विच कर करके उदम थक जाते हैं, फिर भी पूरी नहीं बनती, सारी उम्र थक जाते हैं। कई कोट बैठत ही खाए, कई बैठे ही खाते। मनुख जिंदगी दे विच चिंतावां करदा है, मेरी जिंदगी का की बनेगा, क्यों अजे नूं लगदा है जिंदगी मैं चलाउणी है। पर बाणी कहती नहीं, तू जिंदगी चला नहीं रहा है, जिंदगी चल रही है उहदे हुक्म वे। तेरे जिहड़े कर्म ने, कर्मा करके तू हौली हौली परमात्मा तो दूर भी हुंदा जा रहा है। और जिहड़े तेनू परमात्मा तो कर्म दूर लै जा रहे ने, ये दिमाग दे विच चिंता लैके आवणगे, डर लैके आवणगे। हुण जिहड़े मनुख दे विच डर होए, वो जिउंदियां ही मुर्दा है, जिउंदियां। जिहड़ा मनुख डर विच जी रहा, जिहड़ा गुलामी विच जीवे, असीं उहनूं कह दिंदे ये तो गुलाम है, भाव इहदी कोई मर्जी नहीं है। अज मनुख अपने मन का गुलाम है। बड़ी वारी ये अंदरों आवाज़ आउंदी है जीव आत्मा च, ये ना कर, मन इनू लै तुरदा है। बड़ी बड़ी अंदरों आवाज़ आउंदी है, ये कर्म ना कर, पर मनुख रसां का गुलाम है, अपनी जीभ का गुलाम है, अपने कन्नां का गुलाम है, अपने मन का गुलाम है। असल दे विच इसे मन ने ये जीव आत्मा नूं परमात्मा नाल मिलाउणा है, इसे मन ने। क्योंकि जिस दिन मन मन जाएगा उस दिन ये मिलाएगा। कहो कबीर मन मानिया तो हर जाने। मन मनेगा तो ता, जिवें एक रथ है, रथ का सारथी है मन, ते जेड़े इहदे घोड़े ने, रथ दे अगे घोड़े भी हुंदे ने, घोड़े ने साडियां सारियां इंद्रियां, ये घोड़े ने, अखां भी, कन्न भी, जीभ भी, सब घोड़े ने। ये जिहड़ा अंदर शरीर है जीव आत्मा, इनू लैके कौन, ये रथ है, चलाउण वाला मन है। मन ने ये जिहड़े घोड़े ने ना, इन्हां नूं सिद्धर लाउणा है। मन जिधर मर्जी लिजा सकता है। ये जिहड़े अगे 9 घोड़े लगे हुए ने, किते भी लिजा सकता है। इनू गुरुद्वारे भी लिया सकता है, इनू संगत विच भी ले सकता है। जदों तई ये घोड़ियां ते कंट्रोल मन नहीं करेगा, उदों तई मनुख गुलाम है। सिर्फ ये बैठा तो है रथ विच, डरदा रहेगा, क्यों पता नहीं रथ कित्थे जाके वज जाना, ये कोई पता नहीं, इसदी मर्जी नाल नहीं ना चल रहा, मर्जी तो बाहर चल रहा है। अंदर बाणी कहती ताई करके फिर सारा दिन तपदा रहिंदा है, जियो तपत है बाहरो बाहर, तप तप खपै बहुत बेकार। सारा दिन तपदा रहिंदा है, तपश दे अंदर चलदी रहिंदी है। क्यों? क्योंकि ये हथ विच कुछ नहीं है। ये तप रहा है वकारां दे नाल, जी तप रहा है, क्योंकि मन सारा दिन विकार इकट्ठे करता है। मन सीधे बन्ने नहीं है। ताई कहते माई मन मेरो बस नाही, मेरे मन में वस नहीं है, मन मेरे तो बाहर चलता है। जिस दिन मन वस आ जाता है, उस दिन मनुख भय तो मुक्त हो जाता है। हजे मनुख डर विच जी रहा है, भावें इहदे कोल लखां रुपये ने, करोड़ां ने, फिर भी डर है। इनू फिर जिहदे कोल नहीं ने उहदे डर होर प्रकार दे ने, जिहदे कोल हैगे ने उहदे डर होर प्रकार दे ने। डर सारियां कोल ही ने। एक बिल्ली है, एक जानवर है, उहदा डर कुछ होर प्रकार दा है। जिहड़े मनुख दे कोल दौलत है, बाणी कहंदी उहदा डर कुछ होर है।
ਜਿਹਦੇ ਕੋਲ ਨਹੀਂ ਹੈ ਉਹਦਾ ਡਰ ਕੁਝ ਹੋਰ ਹੈ। ਜਿਹਦੇ ਕੋਲ ਨਹੀਂ ਹੈ ਉਹ ਕਹਿੰਦਾ ਕੱਲ ਕੀ ਖਾਵਾਂਗੇ। ਜਿਹਦੇ ਕੋਲ ਹੈਗੀ ਹੈ ਬਾਣੀ ਕਹਿੰਦੀ ਉਹਨੂੰ ਇਹ ਡਰ ਹੈ ਕਿਤੇ ਚੋਰ ਨਾ ਖਿੱਚ ਕੇ ਲੈ ਜਾਏ, ਕਿਤੇ ਇਨਕਮ ਟੈਕਸ ਨਾ ਪੈ ਜਾਏ। ਉਹਦੇ ਡਰ ਹੋਰ ਪ੍ਰਕਾਰ ਦੇ ਨੇ, ਕਿਤੇ ਮੇਰਾ ਕੋਈ ਪੁੱਤਰ ਨਾ ਗਵਾ ਦੇ ਇਹਨੂੰ, ਕਿਤੇ ਮੇਰੀ ਔਲਾਦ ਨਸ਼ਟ ਨਾ ਕਰ ਦੇ, ਇਹ ਡਰ ਨੇ ਉਹਦੇ। ਮਹਾਰਾਜ ਤਾਂ ਹੀ ਕਹਿੰਦੇ ਜਿਸ ਗ੍ਰਹਿ ਥੋੜੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਬਹੁਤੀ ਸੋ ਫਿਰੈ। ਮਹਾਰਾਜ ਕਹਿੰਦੇ ਨੇ ਜਿਸ ਗ੍ਰਹਿ ਥੋੜੀ, ਜਿਹਦੇ ਕੋਲ ਥੋੜੀ ਹੈ, ਜਿਹਦੇ ਕੋਲ ਤੇ ਬਹੁਤੀ ਹੈ, ਉਹ ਤੇ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਚਿੰਤਾ ਵਿੱਚ। ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੈ ਪਰਮੰਤਾ। ਜਿਹਦੇ ਕੋਲ ਥੋੜੀ ਹੈ ਉਹ ਵਿਚਾਰਾ ਸਾਰਾ ਦਿਨ ਭੱਜਦਾ ਫਿਰਦਾ ਹੈ, ਜਿਹਦੇ ਕੋਲ ਬਹੁਤੀ ਹੈ ਉਹ ਚਿੰਤਾ ਵਿੱਚ ਹੈ। ਚਿੰਤਾ ਕਾਹਦੀ ਹੈ? ਕੋਈ ਨਾ ਕੋਈ ਡਰ ਹੈ। ਜਿਹਦੀ ਜੇਬ ਦੇ ਵਿੱਚ ਮਾਇਆ ਹੈ ਉਹਨੂੰ ਕੋਈ ਨਾ ਕੋਈ ਤੇ ਡਰ ਹੈ। ਇੱਕ ਮਨੁੱਖ ਹੈ, ਬਾਣੀ ਕਹਿੰਦੀ ਦੋਵਾਂ ਵਿਵਸਥਾ ਤੋਂ ਮੁਕਤ ਹੋ ਸਕਦਾ ਹੈ। ਜਿਹੜਾ ਦੋਵਾਂ ਵਿਵਸਥਾ ਤੋਂ ਮੁਕਤ ਹੈ, ਥੋੜੀ ਵੀ ਪ੍ਰਵਾਨ ਹੈ ਬਹੁਤੀ ਵੀ ਪ੍ਰਵਾਨ ਹੈ, ਉਹਨੂੰ ਕਹਿੰਦੇ ਸੁਹੇਲਾ ਹੈ। ਉਹ ਕਦੋਂ ਹੋਏਗਾ? ਜਿਸ ਦਿਨ ਇਹ ਸਮਝੇਗਾ ਇਹ ਬਹੁਤੀ ਹੈ, ਇਹ ਵੀ ਉਹਦੀ ਕਿਰਪਾ ਹੈ। ਜੇ ਚਲੀ ਜਾਏਗੀ ਤਾਂ ਵੀ ਕੋਈ ਨਹੀਂ, ਇਹ ਵੀ ਉਹਦੀ ਕਿਰਪਾ ਹੈ। ਹੁਣ ਏਡੀ ਵੱਡੀ ਅਵਸਥਾ ਦਾ ਮਾਲਕ ਤੇ ਕੋਈ ਬਣਦਾ। ਏਡੀ ਵੱਡੀ ਅਵਸਥਾ ਦਾ ਮਾਲਕ ਕੋਈ ਸੰਤ ਹੁੰਦਾ ਜਿਹਨੇ ਕੋਈ ਬੰਦਗੀ ਕੀਤੀ ਹੈ। ਸੰਤ ਦਾ ਮਤਲਬ ਜਿਹਨੇ ਬੰਦਗੀ, ਜਿਹੜਾ ਸੱਤ ਨਾਲ ਜੁੜ ਗਿਆ ਉਹਨੂੰ ਸੰਤ ਕਹਿੰਦੇ ਨੇ। ਸਾਧ ਸੰਗਤ, ਸੰਤ ਕਿਸੇ ਵੀ ਭੇਖ ਇਤਿਆਦਿਕ ਦਾ ਨਾਮ ਨਹੀਂ ਹੈ। ਸੰਤ ਇੱਕ ਅਵਸਥਾ ਦਾ ਨਾਮ ਹੈ। ਉਹ ਕੋਈ ਵੀ ਹੋ ਸਕਦਾ ਹੈ ਔਰ ਇਹ ਗ੍ਰਸਤੀ ਵੀ ਹੋ ਸਕਦਾ ਹੈ, ਪਰ ਹੌਲੀ ਹੌਲੀ ਕੰਮ ਬਦਲਦਾ ਗਿਆ। ਆ ਜਿਵੇਂ ਮੰਨਿਆ ਜਾਂਦਾ ਹੈ ਸ਼ਾਇਦ ਗ੍ਰਸਤੀ ਤੇ ਸੰਤ ਬਣ ਹੀ ਨਹੀਂ ਸਕਦਾ, ਪਰ ਮੈਂ ਆਪ ਦੀ ਯਾਦਾਸ਼ਤ ਵਿੱਚ ਇਹ ਗੱਲ ਲੈ ਕੇ ਆਉਣੀ ਚਾਹੁੰਦਾ। ਜਿੰਨੇ ਭਗਤ ਨੇ ਸਾਰੇ ਹੀ ਗ੍ਰਸਤੀ ਨੇ। ਗੁਰੂ ਗ੍ਰੰਥ ਸਾਹਿਬ 'ਚ ਜਿੰਨੇ ਭਗਤ ਨੇ ਸਾਰੇ ਹੀ ਗ੍ਰਸਤੀ ਨੇ। ਜਿੰਨੇ ਗੁਰੂ ਸਾਹਿਬ ਨੇ, 10 ਗੁਰੂ ਸਾਹਿਬਾਨ ਨੇ। ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਛੋਟੀ ਉਮਰ ਸੀ, ਬਾਕੀ ਸਾਰੇ ਗੁਰੂ ਸਾਹਿਬ ਗ੍ਰਸਤੀ ਨੇ। ਇਹਦਾ ਮਤਲਬ ਤੇ ਹੋਇਆ ਗ੍ਰਸਤੀ ਹੋਈ ਸੰਤ ਨੇ। ਇਸ ਕਰਕੇ ਇੱਕ ਅਵਸਥਾ ਦਾ ਨਾਂ ਹੈ, ਪਰ ਜਿਹੜਾ ਮਨੁੱਖ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਂਦਾ ਇਹ ਨਹੀਂ ਹੈ। ਜਿਹੜਾ ਬਾਣੀ ਕਹਿੰਦੀ ਜਿਹੜਾ ਘਰ ਛੱਡ ਕੇ ਚਲਾ ਗਿਆ, ਬਾਹਰ ਜਾ ਕੇ ਰਹਿੰਦਾ, ਉਹਦੀ ਚਿੰਤਾ ਹੋਰ ਪ੍ਰਕਾਰ ਦੀ ਹੈ। ਚਿੰਤਾ ਉਹਨੂੰ ਵੀ ਹੈ, ਪਰ ਉਹਦੀਆਂ ਚਿੰਤਾਵਾਂ ਹੋਰ ਨੇ। ਇਹ ਨਹੀਂ ਹੈ ਚਿੰਤਾ ਤੋਂ ਮੁਕਤ ਨਹੀਂ ਹੋਇਆ, ਭੈ ਤੋਂ ਮੁਕਤ ਨਹੀਂ ਹੋਇਆ, ਡਰ ਉਹਨੂੰ ਵੀ ਨੇ, ਪਰ ਉਹਦੇ ਡਰ ਕੁਝ ਹੋਰ ਪ੍ਰਕਾਰ ਦੇ ਨੇ। ਸਿਰਫ ਬਦਲਿਆ ਹੈ, ਸਿਰਫ ਇੱਕ ਰੂਪ ਤੋਂ ਦੂਜਾ ਰੂਪ ਧਾਰਨ ਕੀਤਾ ਹੈ। ਸਾਰੇ ਨਿਯਮ ਉਹੀ ਲਾਗੂ ਨੇ, ਡਰ ਉਹੀ ਨੇ। ਇਸ ਕਰਕੇ ਗੁਰੂ ਜੀ ਕਹਿੰਦੇ ਨੇ ਹਰੇਕ ਮਨੁੱਖ ਡਰ ਵਿੱਚ ਜੀ ਰਿਹਾ। ਡਰ ਕਿਉਂ ਹੈ? ਕਿਉਂਕਿ ਇਹਨੂੰ ਪਰਮਾਤਮਾ ਚੇਤੇ ਨਹੀਂ ਹੈ। ਇਹ ਕਰਤਾ ਬਣਦਾ ਆਪਣੇ ਆਪ 'ਚ। ਮਨੁੱਖ ਆਪਣੇ ਆਪ 'ਚ ਕਰਤਾ ਬਣਦਾ, ਤਾਂ ਕਰਕੇ ਇਹਨੂੰ ਡਰ ਨੇ। ਜਿਸ ਦਿਨ ਸਭ ਕੁਝ ਸੌਂਪ ਦੇਗਾ, ਮੈਂ ਕੁਝ ਨਹੀਂ ਹਾਂ, ਸਭ ਕੁਝ ਉਹਨੇ ਦਿੱਤਾ ਹੈ, ਉਹਦੀ ਨਜ਼ਰ ਦੇ ਵਿੱਚ ਮਿਲਿਆ, ਉਹਦੀ ਨਜ਼ਰ ਵਿੱਚ ਸਾਰਾ ਚਲਾ ਵੀ ਜਾਣਾ ਹੈ। ਜਿਸ ਦਿਨ ਉਹਨੂੰ ਸੌਂਪ ਦੇਗਾ ਉਸ ਦਿਨ ਸ਼ਾਂਤ ਹੋ ਜਾਏਗਾ। ਫਿਰ ਵੱਡੇ ਮਹੱਲ ਦੇ ਵਿੱਚ ਵੀ ਬੈਠਾ ਹੋਇਆ ਹੈ ਤਾਂ ਵੀ ਇਹ ਭਗਤ ਹੈ। ਤਾਈ ਤੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਮਾਇਆ ਵਿੱਚ ਰਹਿੰਦਿਆਂ ਹੀ ਉਦਾਸੀ ਹੈ, ਮਾਇਆ ਵਿੱਚ ਰਹਿੰਦੇ ਹੀ ਪਰਮਾਤਮਾ ਦਾ ਭਗਤ ਹੈ। ਕਿਉਂ? ਕਿਉਂਕਿ ਉਹਦੇ ਵਿੱਚ ਰਹਿੰਦੇ ਉਹਨੂੰ ਪਤਾ ਲੱਗ ਗਿਆ ਜੋ ਰਾਜ ਦੇਹ ਤਾਂ ਕਵਨ ਵਡਾਈ, ਰਾਜ ਵੀ ਤੂੰ ਦਿੱਤਾ ਹੈ। ਜੋ ਭੀਖ ਮੰਗਾਏ ਤਾਂ ਕਿਆ ਘਟ ਜਾਈ। हे ਪਰਮਾਤਮਾ, ਕਿਉਂ? ਰਾਜਾ ਤੇ ਭਿਖਾਰੀ ਤੇਰੇ ਤੋਂ ਬਾਹਰ ਨਹੀਂ, ਤੇਰੀ ਰਚਨਾ ਵਿੱਚ ਹੀ ਨੇ। ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ, ਤੇਰੇ ਤੋਂ ਬਾਹਰ ਨਹੀਂ ਹਨ। ਰਾਜਾ ਵੀ ਤੇਰੇ ਹੁਕਮ ਵਿੱਚ ਹੈ, ਭਿਖਾਰੀ ਵੀ ਤੇਰੇ ਹੁਕਮ ਵਿੱਚ। ਔਰ ਦੁਨੀਆ ਤੇ ਕਦੇ ਕੋਈ ਰਾਜਾ ਬਣ ਜਾਂਦਾ ਹੈ, ਕੋਈ ਭਿਖਾਰੀ ਬਣ ਜਾਂਦਾ ਹੈ, ਇਹ ਸਾਰਾ ਦਿਨ ਚੱਲ ਰਿਹਾ ਹੈ। ਮਨੁੱਖ ਸਿਰਫ ਮਨੁੱਖ ਨੂੰ ਇਹ ਸਮਝਣਾ ਪੈਣਾ ਹੈ ਇਹ ਕਰਤਾ ਨਹੀਂ ਹੈ, ਇਹ ਤੇ ਸਿਰਫ ਅੱਗੇ ਸਾਧਨ ਹੈ, ਕਰਤਾ ਕੋਈ ਹੋਰ ਹੈ। ਇਸ ਕਰਕੇ ਬਾਣੀ ਕਹਿੰਦੀ ਤੂੰ ਚਿੰਤਾ ਨਾ ਕਰ, ਨਾ ਕਰ ਚਿੰਤ, ਚਿੰਤਾ ਹੈ ਕਰਤੇ। ਤੇ ਤੂੰ ਰਿਜਕ ਦੀ ਚਿੰਤਾ ਵੀ ਨਾ ਕਰ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ, ਰਿਜਕ ਉਹਨੇ ਦੇਣਾ ਹੈ। ਮੈਂ ਤਾਂ ਕਈ ਵਾਰੀ ਗੁਰਬਾਣੀ ਦਾ ਇੱਕ ਸ਼ਬਦ ਹੈ, ਇਹ ਸ਼ਬਦ ਤੋਂ ਤੇ ਇਹ ਮਹਿਸੂਸ ਹੁੰਦਾ ਹੈ ਰਿਜਕ ਮਨੁੱਖ ਦਾ ਪਹਿਲਾਂ ਹੀ ਖਿਲ ਰਿਹਾ ਹੋਇਆ ਹੈ, ਪਹਿਲਾਂ ਹੀ
ਇਹਦੇ ਆਉਣ ਤੋਂ ਪਹਿਲਾਂ ਹੀ ਖਿਲਰਿਆ ਹੋਇਆ ਹੈ। ਇਹਨੇ ਤੇ ਸਿਰਫ ਚੁਗਣਾ ਹੈ, ਥਾਂ ਥਾਂ ਤੇ ਜਾ ਕੇ ਇਹਨੇ ਚੁਗਣਾ ਹੈ, ਕਦੇ ਕਿਸੇ ਤੋਂ ਲੈਣਾ ਕਦੇ ਕਿਸੇ ਤੋਂ ਲੈਣਾ, ਇਹਨੇ ਚੁਗਣਾ ਹੈ। ਰਿਜ਼ਕ ਪਹਿਲਾਂ ਹੀ ਪਿਆ ਹੈ। ਬਾਣੀ ਕਹਿੰਦੀ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਜਿੱਥੇ ਦਾਣੇ ਨੇ ਪਏ ਹੋਏ ਨੇ ਦਾਣੇ, ਕਿਸੇ ਨੇ ਕਿਸੇ ਰੂਪ ਵਿੱਚ ਆ ਕੇ ਦੇਣੇ ਨੇ, ਕਿਸੇ ਨੇ ਪੁੱਤਰ ਦੇ ਰੂਪ ਵਿੱਚ ਆ ਕੇ ਦੇਣੇ ਨੇ। ਦਾਣੇ ਤੇਰੇ ਪਏ ਹੋਏ ਨੇ ਦੁਨੀਆ ਵਿੱਚ ਪਹਿਲਾਂ ਹੀ, ਤੇਰੇ ਆਉਣ ਤੋਂ ਪਹਿਲਾਂ ਦਾਣੇ ਖਿਲਰੇ ਹੋਏ ਨੇ ਸਾਰੀ ਥਾਂ। ਤੂੰ ਤੇ ਸਿਰਫ ਚੁਗਣੇ ਨੇ, ਤੂੰ ਚੁਗ ਸਕਦਾ, ਤੂੰ ਇੱਕ ਪੰਛੀ ਹੈ, ਰਿਜ਼ਕ ਦੇਣ ਵਾਲਾ ਨਹੀਂ ਹੈ। ਬਾਣੀ ਕਹਿੰਦੀ ਹੈ ਹੋਂ ਬਲਿਹਾਰੀ ਤਿਨ ਪੰਖੀਆਂ ਜੰਗਲ ਜਿੰਨਾ ਵਾਸ, ਟੱਕਰ ਚੁਗਣ ਥਲ ਵਸਨ ਰੱਬ ਨਾ ਛੋੜਨ ਪਾਸ। ਉਹਨਾਂ ਪੰਖੀਆਂ ਤੋਂ ਬਲਿਹਾਰੀਆਂ। ਪੰਛੀ ਸਵੇਰੇ ਉੱਠਦੇ ਨੇ, ਕਦੀ ਨਹੀਂ ਰੋਏ ਪੰਛੀ। ਕਦੇ ਵੇਖਿਆ ਕਿਸੇ ਚਿੜੀ ਦੇ ਅੱਖ ਦੇ ਵਿੱਚੋਂ ਅਥਰੂ ਆਏ ਹੋਣ? ਕਾਹਦੇ ਲਈ? ਮੈਨੂੰ ਮਿਲਿਆ ਕੁਛ ਨਹੀਂ, ਐਸਾ ਨਹੀਂ ਹੈ। ਚਿੜੀਆਂ ਕਦੇ ਕਿਸੇ ਨੇ ਰੋਂਦੀਆਂ ਨਹੀਂ ਵੇਖੀਆਂ। ਆ ਚਿੜੀਆਂ ਵੇਖ ਲਓ, ਇਸ ਟਾਈਮ ਵੀ ਬੈਠੀਆਂ ਨੇ, ਹੁਣ ਵੀ ਗੀਤ ਗਾ ਰਹੀਆਂ ਨੇ। ਔਰ ਇਹਨਾਂ ਕੋਲ ਇਹ ਨਹੀਂ ਹੈ, ਇਹਨਾਂ ਕੋਈ ਪੜੋਲਾ ਤੇ ਭਰਿਆ ਨਹੀਂ ਹੋਇਆ, ਇਹਨਾਂ ਕੋਲ ਕੋਈ ਦਾਣਿਆਂ ਦੇ ਸਟੋਕ ਤੇ ਹੈ ਨਹੀਂ। ਪਰ ਇਹਨਾਂ ਨੂੰ ਪਤਾ ਜਦੋਂ ਅਸੀਂ ਉੱਡਾਂਗੇ ਕਿਤੇ ਨਾ ਕਿਤੇ ਦਾਣੇ ਜ਼ਰੂਰ ਪਏ ਨੇ, ਉਹਨੇ ਪਾਏ ਨੇ। ਉਹਨਾਂ ਨੂੰ ਰੋਜ਼ ਦੀ ਆਦਤ ਪੈ ਗਈ ਹੈ, ਜਦੋਂ ਉੱਡਦੀਆਂ ਨੇ ਦਾਣੇ ਕਿਤੇ ਨਾ ਕਿਤੇ ਪਏ ਹੁੰਦੇ ਨੇ। ਇਵੇਂ ਜਿਹੜਾ ਮਨੁੱਖ ਹੈ, ਇਹਦੇ ਦਾਣੇ ਪਏ ਹੋਏ ਨੇ, ਕਦੀ ਥੋੜੇ ਨੇ ਕਦੀ ਜ਼ਿਆਦਾ ਨੇ, ਪਰ ਇਹਦੀ ਇੱਕ ਮੰਗ ਹੈ ਮੈਨੂੰ ਜ਼ਿਆਦਾ ਮਿਲਣ ਬਸ। ਔਰ ਮਨੁੱਖ ਨੂੰ ਇਹੀ ਸਾਰੀ ਉਮਰ ਇੱਕ ਹੀ ਚਿੰਤਾ ਰਹਿੰਦੀ ਹੈ। ਮਨੁੱਖ ਸਾਰੀ ਉਮਰ ਬਸ ਇੱਕੋ ਡਰ ਵਿੱਚ ਜਾਂਦਾ ਹੈ, ਮੇਰੀ ਔਕਾਤ ਤੋਂ ਮੈਨੂੰ ਘੱਟ ਮਿਲਿਆ, ਮੇਰੇ ਵਿੱਚ ਸਮਰੱਥਾ ਜ਼ਿਆਦਾ ਹੈ, ਮੈਨੂੰ ਘੱਟ ਦਿੱਤਾ ਹੈ ਰੱਬ ਨੇ, ਮੈਂ ਜ਼ਿਆਦਾ ਦਾ ਹੱਕਦਾਰ ਸੀ। ਬਸ ਮਨੁੱਖ ਇਹ ਚਿੰਤਾ ਨੂੰ ਲੈ ਬੈਠੀ ਹੈ। ਮਨੁੱਖ ਇਹ ਕਹਿੰਦਾ ਮੇਰੀ ਸਮਰੱਥਾ ਜ਼ਿਆਦਾ ਹੈ, ਮੈਨੂੰ ਮਿਲਿਆ ਘੱਟ ਹੈ। ਬਾਣੀ ਕਹਿੰਦੀ ਨਹੀਂ, ਜੋ ਤੈਨੂੰ ਮਿਲਿਆ ਉਹ ਸਹੀ ਮਿਲਿਆ, ਤੂੰ ਇਸੇ ਜੋਗਾ ਸੀ। ਜੋ ਕੁਝ ਤੈਨੂੰ ਮਿਲਿਆ ਉਹ ਠੀਕ ਦਿੱਤਾ ਹੈ। ਜਿੱਥੇ ਪਰਮਾਤਮਾ ਨੇ ਜਿਹਨੂੰ ਰੱਖਿਆ ਉਹ ਠੀਕ ਰੱਖਿਆ ਹੈ। ਉਹਨੇ ਅੱਗੇ ਵੀ ਜਿਹਨੂੰ ਜੋ ਦੇਣਾ ਹੈ ਆਪਣੇ ਹੁਕਮ ਦੇ ਅਨੁਸਾਰ ਠੀਕ ਦੇਣਾ ਹੈ, ਕਿਉਂਕਿ ਉਹ ਕਿਸੇ ਤੋਂ ਪੁੱਛਦਾ ਨਹੀਂ ਹੈ। ਇਹੀ ਤੇ ਉਹਦੀ ਵੱਡੀ ਦਾਤ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ, ਉਹਦੀ ਵਡਿਆਈ ਤੇ ਇਹ ਹੈ ਉਹ ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੰਦਾ। ਇਹ ਉਹਦੀ ਵਡਿਆਈ ਹੈ। ਉਹ ਜਿੱਦਣ ਉਹਨੇ ਕਿਸੇ ਨੂੰ ਕੁਝ ਦੇਣਾ ਹੈ, ਕਿਸੇ ਤੋਂ ਸਲਾਹ ਨਹੀਂ ਲੈਣੀ, ਇਹਨੂੰ ਮੈਂ ਕੁਝ ਦੇਵਾਂ ਕਿ ਨਾ ਦੇਵਾਂ, ਨਹੀਂ ਲੈਣੀ, ਉਹਨੇ ਆਪ ਹੀ ਦੇਣਾ। ਇਸ ਕਰਕੇ ਬਾਣੀ ਕਹਿੰਦੀ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਏ, ਦੂਜਾ ਕੋਈ ਨਹੀਂ ਹੈ। ਸਾਡੀ ਜ਼ਿੰਦਗੀ ਦੇ ਵਿੱਚ ਆਪਾਂ ਆਏ ਹਾਂ, ਪਹਿਲਾਂ ਮਾਂ-ਬਾਪ ਨੇ ਪਾਲਿਆ, ਮਾਂ-ਬਾਪ ਦੇ ਰੂਪ ਵਿੱਚ ਪਰਮਾਤਮਾ ਸੀ। ਅੱਗੇ ਬੱਚੇ ਹੋ ਜਾਣਗੇ, ਬੱਚਿਆਂ ਦੇ ਰੂਪ ਵਿੱਚ ਵੀ ਪਰਮਾਤਮਾ ਹੋਏਗਾ। ਤਾਂ ਹੀ ਮਹਾਰਾਜ ਕਹਿੰਦੇ ਤੂੰ ਇਹਨਾਂ ਨੂੰ ਕਦੇ ਆਸਰਾ ਨਾ ਸਮਝ ਲਈ, ਆਸਰਾ ਪਰਮਾਤਮਾ ਨੂੰ ਰੱਖੀ ਜ਼ਿੰਦਗੀ ਵਿੱਚ ਜਿਉਂਦਿਆਂ। ਤਾਂ ਹੀ ਉਹਨਾਂ ਨੇ ਸਾਰੇ ਰਿਸ਼ਤਿਆਂ ਦੇ ਨਾਮ ਗਿਣਾ ਦਿੱਤੇ। ਮਹਾਰਾਜ ਨੇ ਸਾਰੇ ਰਿਸ਼ਤਿਆਂ ਦੇ ਨਾਮ ਲਏ। ਕਹਿੰਦੇ ਕਦੇ ਇਹਨਾਂ ਰਿਸ਼ਤਿਆਂ ਦੇ ਉੱਤੇ ਮਨੁੱਖ ਤੂੰ ਆਸਰਾ ਨਾ ਰੱਖ ਲਈ। ਕਿਉਂ? ਆਸਰਾ ਪਰਮੇਸ਼ਰ ਤੇ ਰੱਖ, ਇਹਨਾਂ ਰਿਸ਼ਤਿਆਂ ਦੇ ਵਿੱਚ ਰਹਿ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ। ਜੰਮਣ ਵਾਲਾ ਪਿਤਾ, ਜਨਨ ਪਿਤਾ, ਲੋਕ ਕਹਿੰਦੇ ਨੇ ਦੁਨੀਆ ਨੂੰ। ਜਨਨ ਪਿਤਾ ਲੋਕ ਸੁੱਤ ਕਹਿੰਦੇ ਨੇ ਲੜਕੇ ਨੂੰ, ਬਨਤਾ ਕਹਿੰਦੇ ਨੇ ਘਰ ਵਾਲੀ ਨੂੰ। ਜਨਨ ਪਿਤਾ ਲੋਕ ਸੁੱਤ ਬਨਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਾਉ ਕਰਿਆ। ਤੂੰ ਡਰ ਨਾ, ਆਪਣੇ ਅੰਦਰੋਂ ਇਹ ਡਰ ਕੱਢ ਦੇ। ਕਿਉਂ? ਦੁਨੀਆ ਤੇ ਕਰਤਾ ਇੱਕੋ ਹੈ। ਜੇ ਮਨੁੱਖ ਇਹ ਸਮਝੇ ਤੇਰਾ ਹੁਕਮ, ਤੇਰਾ ਕੋਈ ਤੇਰਾ ਹਿੱਸਾ ਖਤਮ ਕਰ ਜਾਏਗਾ, ਨਹੀਂ, ਕਿਸੇ ਨੂੰ ਰੱਬ ਨੇ ਅਥਾਰਟੀ ਨਹੀਂ ਦਿੱਤੀ। ਕੋਈ ਮਨੁੱਖ ਕਿਸੇ ਦੇ ਹੱਥੋਂ ਰਿਜ਼ਕ ਨਹੀਂ ਖੋ ਸਕਦਾ। ਹਾਂ, ਪਲੇਟ ਦੇ ਵਿੱਚ ਪਈ ਹੋਈ ਰੋਟੀ ਇੱਕ ਵਾਰੀ ਖੋ ਲਏਗਾ, ਰਿਜ਼ਕ ਨਹੀਂ ਖੋ ਲਏਗਾ। ਉਹ ਜਿਹੜੀ ਖੋਏਗਾ ਉਹ ਵੀ ਹੁਕਮ ਵਿੱਚ ਹੈ। ਰਿਜ਼ਕ ਨਹੀਂ ਕੋਈ ਕਿਸੇ ਦਾ ਖੋ ਸਕਦਾ। ਕਿਉਂ? ਰਿਜ਼ਕ ਪਰਮਾਤਮਾ ਨੇ ਕਿਸੇ ਦੇ ਹੱਥ ਵਿੱਚ ਨਹੀਂ ਦਿੱਤਾ, ਆਪਣੇ ਹੱਥ ਵਿੱਚ ਰੱਖਿਆ ਹੋਇਆ। ਦੁਨੀਆ ਦੀ ਹਰੇਕ ਵਸਤੂ ਦਾ ਮਾਲਕ ਉਹ ਆਪ ਹੈ, ਕਿਸੇ ਨੂੰ ਕੋਈ ਅਧਿਕਾਰ ਨਹੀਂ। ਬਾਣੀ ਕਹਿੰਦੀ ਛਤਰ ਅਨੇਕ ਚਲਾਵਤ ਕਾਓ, ਤਉ ਤਨ ਏਕ ਨਾ ਲਾਗਤ ਪਾਵੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੇਕਾਂ ਹੀ ਜਿਹੜੇ ਸ਼ਤਰੂ ਨੇ ਉਹ ਕਿੰਨੇ ਪ੍ਰਕਾਰ ਨਾਲ ਵਾਰ ਕਰਦੇ ਨੇ। ਕਹਿੰਦੇ ਜੇ ਉਹਨੇ ਰੱਖਣਾ ਤਉ ਤਨ ਏਕ ਨਾ ਲਾਗਤ ਪਾਵੇ, ਤੇਰੇ ਤਨ ਤੇ ਇੱਕ ਵੀ ਨਹੀਂ ਲੱਗੇਗਾ ਜੇ ਉਹਨੇ ਰੱਖਣਾ।
ਜਦੋਂ ਤਾਈਂ ਉਹਨੇ ਰੱਖਣਾ ਹੈ ਉਦੋਂ ਤਾਈਂ ਕੋਈ ਨਹੀਂ ਰੋਕ ਸਕਦਾ। ਸਾਧ ਸੰਗਤ ਜਦੋਂ ਵੀ ਘਰ ਵਿੱਚ ਕਲੇਸ਼ ਹੁੰਦਾ ਹੈ, ਕਿਸੇ ਭਰਾ ਨਾਲ ਹੁੰਦਾ ਹੈ, ਇੱਕ ਵਾਰੀ ਖੋਹ ਲੈਂਦਾ ਹੈ, ਖੋਹਣ ਵਾਲਾ ਉਹ ਨਹੀਂ ਹੈ, ਲੈ ਕੇ ਰੱਬ ਹੀ ਗਿਆ, ਸਾਧਨ ਉਹ ਹੈ। ਹੁਣ ਮਾੜੇ ਕਰਮਾਂ ਦਾ ਜਿਹੜਾ ਅਸੂਲ ਉੱਤੇ ਲੱਗਣਾ ਹੈ, ਉਹਨੂੰ ਫਿਰ ਪਰਮਾਤਮਾ ਨੇ ਦੱਬ ਲੈਣਾ ਹੈ। ਉਹੀ ਹੈ ਵਿੱਚ ਉਹਦੇ ਅੰਦਰ ਇਹ ਸੋਚ, ਦੁਨੀਆ ਦੇ ਉੱਤੇ ਜਿੰਨੀ ਵਿਚਾਰ ਚੱਲ ਰਹੀ ਹੈ ਉਹਦੇ ਤੋਂ ਬਾਹਰ ਨਹੀਂ ਹੈ। ਇਸ ਕਰਕੇ ਪਰਮਾਤਮਾ ਵਾਹਿਗੁਰੂ ਬਾਣੀ ਕਹਿੰਦੀ ਉਹਦੇ ਹੁਕਮ ਵਿੱਚ ਰਹਿਣਾ ਚਾਹੀਦਾ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾ ਹੀ ਕੋਈ ਡਰ ਨਹੀਂ ਰੱਖਣਾ ਚਾਹੀਦਾ। ਦੁਨੀਆ ਤੇ ਬੇਖੌਫ ਹੋ ਕੇ ਜੀਣਾ ਚਾਹੀਦਾ ਹੈ। ਕਿਸੇ ਪ੍ਰਕਾਰ ਦਾ ਕਿਸੇ ਮਨੁੱਖ ਦਾ ਕੋਈ ਭੈ ਨਹੀਂ, ਭੈ ਸਿਰਫ ਪਰਮਾਤਮਾ ਦਾ, ਵਾਹਿਗੁਰੂ ਦਾ ਭੈ, ਮਨੁੱਖਾਂ ਦਾ ਡਰ ਨਹੀਂ। ਕਿਉਂ? ਮਨੁੱਖਾਂ ਦੇ ਹੱਥ ਵਿੱਚ ਕੁਝ ਨਹੀਂ ਹੈ, ਸਰਕਾਰਾਂ ਦੇ ਹੱਥ ਵਿੱਚ ਕੁਝ ਨਹੀਂ ਹੈ, ਕਿਸੇ ਬਾਦਸ਼ਾਹ ਦੇ ਹੱਥ ਵਿੱਚ ਕੁਝ ਨਹੀਂ ਹੈ, ਸਭ ਉਹਦੇ ਵੱਸ ਵਿੱਚ ਨੇ। ਬਾਣੀ ਕਹਿੰਦੀ ਜਿੰਨੇ ਉਮਰਾਵ ਨੇ, ਜਿੰਨੇ ਚੌਧਰੀ ਨੇ, ਜਿੰਨੇ ਬਾਦਸ਼ਾਹ ਨੇ, ਉਸ ਤੋਂ ਬਾਹਰ ਕੋਈ ਵੀ ਨਹੀਂ ਹੈ, ਸਾਰੇ ਉਹਦੇ ਹੁਕਮ ਵਿੱਚ ਚੱਲਦੇ ਨੇ। ਇੱਥੋਂ ਤੇ ਬਾਣੀ ਕਹਿੰਦੀ ਹੈ ਇਹ ਜਿਹੜੀ ਹਵਾ ਚੱਲ ਰਹੀ ਹੈ ਇਹ ਵੀ ਆਪਣੇ ਹੁਕਮ ਵਿੱਚ ਨਹੀਂ ਹੈ, ਉਹਦੇ ਹੁਕਮ ਵਿੱਚ। ਜਦੋਂ ਆਪ ਜੀ ਸ਼ਾਮ ਨੂੰ ਰਹਿਰਾਸ ਕਰਦੇ ਹੋ, ਸਵੇਰੇ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ, ਉਹਦੇ ਵਿੱਚ ਮਹਾਰਾਜ ਕਿੰਨੀ ਵਾਰੀ ਕਹਿੰਦੇ ਨੇ ਗਾਵਨ ਤੁਧਨੂੰ ਸਿੱਧ ਸਮਾਧੀ, ਅੰਦਰ ਸਾਰਿਆਂ ਦਾ ਹੀ ਨਾਂ ਲਿਖਿਆ ਮਹਾਰਾਜ ਨੇ ਉੱਥੇ। ਤੈਨੂੰ ਦੇਵਤੇ ਵੀ ਗਾਉਂਦੇ ਨੇ, ਤੈਨੂੰ ਜਮਰਾਜ ਵੀ ਗਾਉਂਦਾ, ਸਾਰੇ ਹੀ ਤੈਨੂੰ ਗਾਉਂਦੇ ਨੇ, ਭਾਵ ਤੇਰੇ ਤੋਂ ਬਾਹਰ ਕੋਈ ਨਹੀਂ ਹੈ। ਮਹਾਰਾਜ ਨੇ ਲਾਸਟ 'ਚ ਇਹ ਵੀ ਕਿਹਾ ਹੋਰ ਕੇਤੇ ਤੁਧਨੋਂ ਗਾਵਨ ਸੇ ਮੈਂ ਚੇਤਨਾ ਆਵਨ। ਮੇਰੇ ਚੇਤੇ 'ਚ ਨਹੀਂ ਆ ਰਹੇ, ਹੈ ਹੋਰ ਵੀ ਬੜੇ ਨੇ, ਨਾਨਕ ਕਿਆ ਵਿਚਾਰੇ, ਮੇਰੇ ਚੇਤੇ 'ਚ ਨਹੀਂ ਆ ਰਹੇ। ਇਸ ਕਰਕੇ ਚਿੰਤਾ ਰਹਿਤ ਰਹਿਣਾ ਚਾਹੀਦਾ ਹੈ। ਰਿਜ਼ਕ ਦੀ ਚਿੰਤਾ ਤੋਂ ਡਰ ਨਹੀਂ। ਮਨੁੱਖ ਦਾ ਸਰੀਰ ਜਾਣਾ, ਕੋਈ ਨਹੀਂ ਇਹਨੂੰ ਲਿਜਾ ਸਕਦਾ। ਜਿਸ ਦਿਨ ਉਹਨੇ ਲੈ ਕੇ ਜਾਣਾ, ਕੋਈ ਰੱਖ ਵੀ ਨਹੀਂ ਸਕਦਾ। ਮਨੁੱਖ ਨੂੰ ਨਿਸ਼ਚਿੰਤ ਹੋ ਕੇ ਜੀਣਾ ਚਾਹੀਦਾ ਹੈ। ਬਾਣੀ ਕਹਿੰਦੀ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ। ਇਸ ਕਰਕੇ ਮੇਰੇ ਮਨ ਤੂੰ ਨਿਸ਼ਚਿੰਤ ਹੋ ਕੇ ਰਹਿ, ਨਿਸਲ ਹੋ ਕੇ ਰਹਿ, ਜ਼ਿੰਦਗੀ ਵਿੱਚ ਚਿੰਤਾ ਨਾ ਕਰ। ਅੰਤ ਦੇ ਵਿੱਚ ਮਹਾਰਾਜ ਕੇ ਨਾਨਕ ਤਿਸ ਬਲਿਹਾਰਣ ਜਲ ਥਲ ਮਹੀਲ ਸੋਏ। ਜਲ ਵਿੱਚ ਵੀ ਉਹ ਹੈ, ਥਲ ਵਿੱਚ ਵੀ ਉਹ ਹੈ, ਪਤਾਲ ਵਿੱਚ ਵੀ ਉਹ ਹੈ, ਹਰ ਥਾਂ ਤੇ ਉਹ ਹੈ। ਜਲ ਥਲ ਮਹੀਲ ਸੋਏ, ਉਹ ਆਪ ਹੀ ਭਰਪੂਰ ਹੈ ਹਰ ਥਾਂ ਤੇ। ਸਭ ਕੁਛ ਆਪੇ ਆਪ, ਸਭ ਕੁਛ ਆਪੇ ਆਪ, ਹਰੇਕ ਚੀਜ਼ ਉਹ ਆਪਣੇ ਆਪ ਹੀ ਹੈ। ਆਪਣੇ ਆਪ ਉਹਨੇ ਜਗਤ ਪੈਦਾ ਕੀਤਾ ਹੈ, ਆਪਣੇ ਭਾਣੇ ਵਿੱਚ ਪੈਦਾ ਕੀਤਾ ਹੈ, ਆਪਣੇ ਭਾਣੇ ਵਿੱਚ ਉਹਨੇ ਲੈ ਜਾਣਾ ਹੈ। ਜਗਤ ਨੂੰ ਕੀਤਾ ਪਸਾਓ, ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਆ ਜੀਵਾਂ ਦੇ ਦਰਿਆ ਚੱਲੇ ਨੇ, ਉਹਦੇ ਤੋਂ ਚੱਲੇ ਨੇ। ਤਿਸ ਤੇ ਹੋਏ ਲੱਖ ਦਰਿਆਓ। ਮਹਾਰਾਜ ਬਾਣੀ ਵਿੱਚ ਹੀ ਕਹਿੰਦੇ ਨੇ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੇਰੀ ਕਿੰਨੀ ਇੰਨੀ क्षमता ਹੀ ਨਹੀਂ ਹੈ ਮੈਂ ਤੇਰੇ ਬਾਰੇ ਵਿਚਾਰ ਕਰ ਸਕਾਂ। ਤੂੰ ਕੀ ਕੀ ਕਰਦਾ ਹੈ, ਮੇਰੀ ਇੰਨੀ क्षमता ਹੀ ਨਹੀਂ, ਮੇਰੀ ਬੁੱਧੀ ਇੰਨੀ ਕੰਮ ਨਹੀਂ ਕਰਦੀ। ਸਾਧ ਸੰਗਤ ਇੰਨੀ ਮਹਾਰਾਜ ਬਾਣੀ ਦੇ ਵਿੱਚ ਕਿੱਡੀ ਸਮਰਥਤਾ ਦਰਸਾ ਰਹੇ ਨੇ। ਕਹਿੰਦੇ ਜਿਹੜੀ ਸੋਚ ਹੈ, ਜਿਹੜੀ ਸਮਝ ਹੈ, ਇੰਨੀ ਨਹੀਂ ਸਮਝਾ ਸਕੀ, ਉਹ ਕਿੱਡਾ ਵੱਡਾ ਹੈ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। हे परमात्मा तू सदा सलामत है। अंत दे विच फिर मैं बेनती करदे हां निश्चिंत होकर रहना चाहिए। परमात्मा तो बिना दुनिया ते कोई भी कुछ करन जोगा नहीं है। साधन कोई भी हो सकता है, रिजक दे साधन बनते ने, शरीर नूं आउण दे साधन बने ने, लजाण दा भी कोई ना कोई साधन बनेगा। वो वखरी गल है, पर परमात्मा तो बाहर कोई नहीं हो सकता। ना होया ना उस तो बाहर कोई होएगा। सारे ही उहदे रंग ने। चोरी भी उहदा रंग है, अमीरी भी उहदा रंग है, गरीबी भी उहदा रंग है। सब कुछ उहदे ही रंग ने। उहदे रंगां विचों जिहड़े रंग च असीं जी रहे हैं, उहदे विच रह के उहदे अगे प्रार्थना करनी चाहिए है। परमात्मा तेरा शुक्र है। इन्नियां बेनतियां प्रवान करनियां। कल नूं महाराज होर अगे, क्योंकि आ सलोक सी अज, कल नूं होर गहराई नाल इस सलोक दे विच किवें महाराज परमात्मा नूं सब कुछ मनदे ने, इहदे बारे असीं कल नूं विचार करांगे। गुरु जी कृपा कर सबना नूं देह अरोगता दी दात, नाम दी दात, गुरबाणी गुरसिੱਖੀ दी दात बख्शण, घरां परिवारां विच सुख शांति दी दात बख्शण, संगतां नूं उद्यम उपराले बख्शण,
ਆਪ ਜੀ ਇਸੇ ਤਰੀਕੇ ਨਾਲ ਗੁਰੂ ਦੀ ਸਤ ਸੰਗਤ ਵਿੱਚ ਆ ਕੇ ਮਹਾਨ ਬੋਲ, ਮਹਾਨ ਵਿਚਾਰ ਜਿਹੜੇ ਗੁਰੂ ਜੀ ਦੇ ਹਨ ਉਹਨਾਂ ਨੂੰ ਸਰਵਣ ਕਰਕੇ ਆਪਣੀ ਜ਼ਿੰਦਗੀ ਨੂੰ ਰੱਬ ਦੇ ਭਾਣੇ ਵਿੱਚ ਲਿਜਾ ਕੇ ਪਰਮਾਤਮਾ ਦੇ ਅਨੁਸਾਰ ਜੀ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।